ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਤਿਨਾਂ ਦੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਬਾਦਸ਼ਾਹ ਬਹਾਦਰ ਸ਼ਾਹ ਨੂੰ ਅਜਮੇਰ ਦੇ ਵਿੱਚ ਪਤਾ ਚੱਲਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਕਰ ਲਿਆ ਹੈ। 28 ਅਗਸਤ 1710 ਈਸਵੀ ਨੂੰ ਬਹਾਦਰ ਸ਼ਾਹ ਨੂੰ ਖਬਰ ਮਿਲਦੀ ਹੈ। 29 ਅਗਸਤ 1710 ਈਸਵੀ ਨੂੰ ਉਹ ਇੱਕ ਐਲਾਨ ਕਰਦਾ ਹੈ ਕਿ ਜੋ ਸਨਾਤਨ ਮਤ ਦੇ ਲੋਕ ਹਨ ਉਹ ਆਪਣੇ ਕੇਸ ਦਾੜ੍ਹੀ ਕਟਵਾ ਦੇਣ ਅਤੇ ਸਿਰ ਦੇ ਉੱਪਰ ਦਸਤਾਰ ਸਜਾਉਣੀ ਬੰਦ ਕਰ ਦੇਣ। ਦੂਸਰੇ ਪਾਸੇ ਆਪਾਂ ਇਸ ਗੱਲ ਨੂੰ ਵਿਚਾਰਿਆ ਕਿ ਸਿੱਖ ਰਾਹੋਂ 'ਤੇ ਕਬਜ਼ਾ ਕਰਦੇ ਹਨ, ਇਸ ਇਲਾਕੇ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਹਨ। ਲੇਕਿਨ ਜਲੰਧਰ ਦਾ ਰਹਿਣ ਵਾਲਾ ਸ਼ਮਸ਼ ਖਾਨ ਅਤੇ ਇਸ ਦਾ ਚਾਚਾ ਵਜੀਦ ਖਾਨ ਅਤੇ ਕਹਿਲੂਰ ਦਾ ਰਹਿਣ ਵਾਲਾ ਉਮਰ ਖਾਨ, ਇਹ ਤਿੰਨੇ ਰਲ ਕੇ ਦੁਬਾਰੇ ਰਾਹੋਂ 'ਤੇ ਹਮਲਾ ਕਰਦੇ ਹਨ। ਸਿੱਖ ਇਸ ਜੰਗ ਦੇ ਵਿੱਚ ਹਾਰ ਜਾਂਦੇ ਹਨ, ਉਹ ਰਾਹੋਂ ਨੂੰ ਛੱਡ ਕੇ ਚਲੇ ਜਾਂਦੇ ਹਨ। ਉਸ ਤੋਂ ਬਾਅਦ ਇਹਨਾਂ ਦਾ ਇੰਨਾ ਕੁ ਹੌਸਲਾ ਪੈ ਜਾਂਦਾ ਹੈ, ਇਹ ਸੋਚਦੇ ਹਨ, ਮਸ਼ਵਰਾ ਕਰਦੇ ਹਨ ਕਿ ਜਦੋਂ ਅਸੀਂ ਰਾਹੋਂ ਨੂੰ ਦੁਬਾਰੇ ਸਿੱਖਾਂ ਦੇ ਕੋਲੋਂ ਜਿੱਤ ਸਕਦੇ ਹਾਂ, ਜਿੰਨੇ ਸਿੱਖਾਂ ਨੇ ਇਲਾਕੇ ਜਿੱਤੇ ਹੋਏ ਹਨ, ਅਸੀਂ ਸਾਰਿਆਂ 'ਤੇ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਹਿੰਮਤ ਕਰੀਏ ਅਤੇ ਇਹ ਰਾਏ ਮਸ਼ਵਰਾ ਕਰਕੇ ਸਰਹਿੰਦ ਦੇ ਉੱਪਰ ਹਮਲਾ ਕਰਦੇ ਹਨ। ਆਖਰ ਸਰਹਿੰਦ ਦੇ ਉੱਪਰ ਵੀ ਇਹਨਾਂ ਦੀ ਜਿੱਤ ਹੁੰਦੀ ਹੈ। ਦੂਸਰੇ ਪਾਸੇ ਬਹਾਦਰ ਸ਼ਾਹ ਬਾਦਸ਼ਾਹ 80,000 ਦੀ ਫੌਜ ਲੈ ਕੇ ਪੰਜਾਬ ਦੇ ਵੱਲ ਨੂੰ ਆਉਂਦਾ ਹੈ। ਤਰਾਵੜੀ ਦੇ ਅਸਥਾਨ 'ਤੇ ਬਹੁਤ ਹੀ ਭਿਆਨਕ ਜੰਗ ਹੁੰਦੀ ਹੈ। ਇੱਥੇ ਬਾਬਾ ਵਿਨੋਦ ਸਿੰਘ ਜੀ ਬਹੁਤ ਬਹਾਦਰੀ ਦੇ ਨਾਲ ਜੰਗ ਕਰਦੇ ਹਨ। ਆਖਰ ਬਹਾਦਰ ਸ਼ਾਹ ਦੇ ਕੋਲ ਬਹੁਤ ਵੱਡੀ ਤਾਕਤ ਹੈ, ਸਿੱਖ ਬਹੁਤ ਥੋੜ੍ਹੇ ਹਨ, ਹਥਿਆਰ ਕੋਈ ਬਹੁਤੇ ਚੰਗੇ ਨਹੀਂ ਹਨ ਅਤੇ ਸਿੱਖ ਇਹ ਜੰਗ ਵੀ ਹਾਰ ਜਾਂਦੇ ਹਨ। ਬਹਾਦਰ ਸ਼ਾਹ ਤਕਰੀਬਨ ਪੰਜਾਬ ਦੇ ਵਿੱਚ ਸਾਰੇ ਹੀ ਇਲਾਕਿਆਂ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਸਿੱਖਾਂ ਦੇ ਹੱਥੋਂ ਰਾਹੋਂ ਵੀ ਚਲੀ ਜਾਂਦੀ ਹੈ, ਸਮਾਣਾ ਵੀ ਚਲਿਆ ਜਾਂਦਾ ਹੈ, ਸੰਢੌਰਾ ਵੀ ਚਲਿਆ ਜਾਂਦਾ ਹੈ, ਸ਼ਾਹਬਾਦ, ਮਾਰਕੰਡਾ, ਇਹ ਇਲਾਕੇ ਵੀ ਚਲੇ ਜਾਂਦੇ ਹਨ ਅਤੇ ਸਰਹਿੰਦ ਵੀ ਚਲੀ ਜਾਂਦੀ ਹੈ। ਬਹਾਦਰ ਸ਼ਾਹ ਬਾਦਸ਼ਾਹ ਸਰਹਿੰਦ ਦੇ ਵਿੱਚ ਆ ਕੇ ਬੈਠਦਾ ਹੈ। ਇੱਥੋਂ ਤੱਕ ਆਪਾਂ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਸਾਂਝੀ ਕੀਤੀ ਸੀ। ਸੋ ਅਗਲੇ ਇਤਿਹਾਸ ਦੇ ਪੰਨਿਆਂ ਨੂੰ ਵਿਚਾਰਨ ਤੋਂ ਪਹਿਲਾਂ
ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਦੇ ਕਿਲੇ ਦੇ ਵਿੱਚ ਹੈ। ਸਮੇਂ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਾਨੂੰ ਇਹ ਇਲਾਕਾ ਛੱਡ ਦੇਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਜਨਵਰੀ ਦੇ ਮਹੀਨੇ ਦੇ ਵਿੱਚ 1711 ਈਸਵੀ ਨੂੰ ਲੋਹਗੜ੍ਹ ਦੇ ਕਿਲੇ ਨੂੰ ਛੱਡ ਕੇ ਪਹਾੜੀ ਏਰੀਏ ਦੇ ਵਿੱਚ ਚਲਿਆ ਜਾਂਦਾ। ਇੱਥੇ ਮੈਂ ਰੁਕ ਕੇ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਸਿੱਖਾਂ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਇਲਾਕਿਆਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ, ਲੇਕਿਨ ਹੁਣ ਬਾਅਦ ਦੇ ਵਿੱਚ ਸਿੱਖ ਹਨ ਇਹਨਾਂ ਇਲਾਕਿਆਂ ਨੂੰ ਹਾਰ ਰਹੇ ਹਨ। ਉਹਨਾਂ ਦਾ ਕੀ ਕਾਰਨ ਹੈ? ਉਸ ਦਾ ਕਾਰਨ ਇਹ ਹੈ ਕਿ ਪਹਿਲਾਂ ਸਿੱਖਾਂ ਦੇ ਵਿੱਚ ਏਕਤਾ ਸੀ, ਉਹ ਇਕੱਠੇ ਸਨ, ਹਾਕਮ ਖਿੰਡੇ ਹੋਏ ਸਨ ਤੇ ਏਕਤਾ ਦੇ ਵਿੱਚ ਤਾਕਤ ਹੁੰਦੀ ਹੈ, ਬਲ ਹੁੰਦਾ ਹੈ, ਜਿਸ ਕਰਕੇ ਸਿੱਖ ਸਾਰੇ ਹੀ ਇਲਾਕੇ ਜਿੱਤਦੇ ਗਏ। ਹੁਣ ਕੀ ਹੋਇਆ? ਹੁਣ ਸਿੱਖ ਖਿੰਡ ਚੁੱਕੇ ਹਨ, ਵੱਖ-ਵੱਖ ਇਲਾਕਿਆਂ ਦੇ ਵਿੱਚ ਹਨ। ਕੁਝ ਸੰਢੌਰੇ ਦੇ ਵਿੱਚ ਸਨ, ਕੁਝ ਸਮਾਣੇ ਦੇ ਵਿੱਚ ਸਨ, ਕੁਝ ਸਰਹਿੰਦ ਦੇ ਵਿੱਚ, ਤੇ ਜੋ ਹਾਕਮ ਹਨ ਇਹ ਇਕੱਠੇ ਹੋ ਗਏ ਹੈ, ਸਿੱਖ ਖਿੰਡੇ ਹੋਏ ਹਨ, ਜਿਸ ਕਰਕੇ ਸਿੱਖ ਇਹਨਾਂ ਸਾਰੇ ਇਲਾਕਿਆਂ ਨੂੰ ਜੋ ਜਿੱਤੇ ਹੋਏ ਸਨ ਉਹ ਹਾਰ ਗਏ। ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ 2 ਸ਼ਲੋਕਾਂ ਦੇ ਵਿੱਚ ਇਸ ਵਿਸ਼ੇ ਦੇ ਉੱਪਰ ਵਿਚਾਰ ਸਾਂਝੇ ਕੀਤੇ ਹਨ ਕਿ ਮਨੁੱਖ ਦੀ ਤਾਕਤ ਕਦੋਂ ਘਟ ਜਾਂਦੀ ਹੈ, ਤੇ ਜਦੋਂ ਮਨੁੱਖ ਦੀ ਤਾਕਤ ਘਟ ਜਾਂਦੀ ਹੈ ਉਦੋਂ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੇ ਬੰਧਨ ਪੈ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰਦੇ ਹਨ, ਬਲ ਛੁੱਟ ਕਿਉ ਬੰਧਨ ਪਰੇ। ਜਦੋਂ ਕਿਸੇ ਕੌਮ ਦੇ ਵਿੱਚ, ਕਿਸੇ ਪਰਿਵਾਰ ਦੇ ਵਿੱਚ, ਕਿਸੇ ਦੇਸ਼ ਦੇ ਵਿੱਚ ਏਕਤਾ ਇਤਫਾਕ ਖਤਮ ਹੋ ਜਾਵੇ, ਉਸ ਕੌਮ ਦੀ, ਪਰਿਵਾਰ ਦੀ, ਦੇਸ਼ ਦੀ ਤਾਕਤ ਘਟ ਜਾਂਦੀ ਹੈ ਅਤੇ ਅਨੇਕਾਂ ਤਰ੍ਹਾਂ ਦੇ ਬੰਧਨ ਪੈ ਜਾਂਦੇ ਹਨ। ਜਿਹੜੀਆਂ ਕੌਮਾਂ ਦੇ ਵਿੱਚ, ਜਿਹੜੇ ਪਰਿਵਾਰਾਂ ਦੇ ਵਿੱਚ, ਜਿਹੜੇ ਦੇਸ਼ਾਂ ਦੇ ਵਿੱਚ ਏਕਤਾ ਅਤੇ ਇਤਫਾਕ ਹੁੰਦਾ ਹੈ, ਉਹ ਕੌਮਾਂ, ਉਹ ਪਰਿਵਾਰ ਤੇ ਦੇਸ਼ ਕਿਸੇ ਦੀ ਗੁਲਾਮੀ ਨਹੀਂ ਕਰਿਆ ਕਰਦੇ। ਗੁਰੂ ਤੇਗ ਬਹਾਦਰ ਜੀ ਦੇ ਵਚਨ ਹਨ, ਬਲ ਛੁੱਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਬੰਧਨ ਕੱਟਣ ਦੇ ਲਈ ਕੋਈ ਵੀ ਨਹੀਂ ਆਉਂਦਾ। ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖ ਕੇ ਆਪਣੇ ਬੰਧਨ ਕੱਟਣ ਦੇ ਲਈ ਆਪ ਉਪਰਾਲਾ ਕਰਨਾ ਪੈਂਦਾ ਹੈ। ਗੁਰੂ ਸਾਹਿਬਾਨ ਕਹਿੰਦੇ ਜਦੋਂ ਮਨੁੱਖ ਦੇ ਵਿੱਚ ਏਕਤਾ ਅਤੇ ਇਤਫਾਕ ਕਿਸੇ ਕੌਮ ਦੇ ਵਿੱਚ ਪੈਦਾ ਹੋ ਜਾਵੇ, ਉਹ ਕੌਮ ਫਿਰ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ, ਕਿਉਂਕਿ ਮੇਲ ਇਤਫਾਕ ਏਕਤਾ ਦੇ ਨਾਲ ਤਾਕਤ ਪੈਦਾ ਹੋ ਜਾਂਦੀ ਹੈ, ਜਿਸ ਕਰਕੇ ਕੌਮ ਬੰਧਨਾਂ ਤੋਂ ਆਜ਼ਾਦ ਹੋ ਜਾਂਦੀ ਹੈ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੈ, ਹਾਥ ਮੈਂ ਤੁਮ ਹੀ ਹੋਤ ਸਹਾਈ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਹੁਣ ਅਸੀਂ ਖਿੰਡੇ ਹੋਏ ਹਾਂ,
ਬਾਕੀ ਦੇ ਸਾਰੇ ਇਲਾਕੇ ਹਾਕਮਾਂ ਨੇ ਦੁਬਾਰੇ ਜਿੱਤ ਲਏ ਹਨ। ਸਾਡੇ ਕੋਲ ਹੁਣ ਇੰਨੀ ਤਾਕਤ ਨਹੀਂ ਕਿ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕੀਏ। ਇਹਨਾਂ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਜਨਵਰੀ 1711 ਦੀ ਰਾਤ ਨੂੰ ਲੋਹਗੜ੍ਹ ਦੇ ਕਿਲੇ ਨੂੰ ਛੱਡ ਕੇ ਪਹਾੜੀ ਏਰੀਏ ਦੇ ਵਿੱਚ ਚਲਿਆ ਜਾਂਦਾ ਹੈ। ਪਹਾੜੀ ਏਰੀਏ ਦੇ ਵਿੱਚ ਜਾ ਕੇ ਬਹੁਤ ਸਾਰੇ ਰਾਜਿਆਂ ਨੇ ਬੰਦਾ ਸਿੰਘ ਬਹਾਦਰ ਦੀ ਈਨ ਨੂੰ ਮੰਨਿਆ ਅਤੇ ਪਹਾੜੀ ਏਰੀਏ ਦੇ ਵਿੱਚ ਇੱਕ ਇਲਾਕੇ ਦਾ ਨਾਮ ਹੈ ਕਹਿਲੂਰ। ਇੱਥੋਂ ਦਾ ਰਹਿਣ ਵਾਲਾ ਅਜਮੇਰ ਚੰਦ। ਕਹਿਲੂਰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਇਸ ਇਲਾਕੇ ਨੇ ਸਿੱਖਾਂ ਦਾ ਬਹੁਤ ਖੂਨ ਪੀਤਾ ਹੈ। ਅਜਮੇਰ ਚੰਦ ਦਾ ਪਿਤਾ ਹੈ ਭੀਮ ਚੰਦ। ਭੀਮ ਚੰਦ ਦਾ ਪਿਤਾ ਹੈ ਦੀਪ ਚੰਦ। ਇਸ ਦੀਪ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ। ਲੇਕਿਨ ਜੋ ਇਸ ਦਾ ਪੁੱਤਰ ਹੈ ਭੀਮ ਚੰਦ, ਉਹ ਕੋਈ ਬਹੁਤਾ ਚੰਗਾ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਜੋ ਕੀਮਤੀ ਵਸਤੂਆਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਵਿਅਕਤੀਆਂ ਵੱਲੋਂ ਭੇਟਾ ਕੀਤੀਆਂ ਗਈਆਂ ਸਨ, ਉਹਨਾਂ ਕੀਮਤੀ ਵਸਤਾਂ ਦੇ ਉੱਪਰ ਇਹ ਭੀਮ ਚੰਦ ਲੁਭਾਏਮਾਨ ਹੋ ਗਿਆ। ਇਸ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਜੋ ਇਹ ਕੀਮਤੀ ਵਸਤੂਆਂ ਹਨ, ਇਹ ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਹੀ ਸ਼ੋਭਦੀਆਂ ਹਨ, ਫਕੀਰਾਂ ਦੇ ਦਰਬਾਰਾਂ ਦੇ ਵਿੱਚ ਨਹੀਂ। ਇਹਦੇ ਮਨ ਦੀ ਭਾਵਨਾ ਇਹ ਸੀ ਵੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕੀਮਤੀ ਵਸਤੂਆਂ ਹਨ, ਉਹ ਮੇਰੇ ਦਰਬਾਰ ਵਿੱਚ ਹੋਣੀਆਂ ਚਾਹੀਦੀਆਂ। ਇਸੇ ਮਨਸਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਿਲਾ ਜੰਗ ਕੀਤਾ, ਭੰਗਾਣੀ ਦਾ ਜੰਗ। ਇਹ ਭੀਮ ਚੰਦ ਮਾਰਿਆ ਗਿਆ। ਬਾਅਦ ਦੇ ਵਿੱਚ ਅਜਮੇਰ ਚੰਦ ਜੋ ਇਸ ਦਾ ਪੁੱਤਰ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋ ਜੰਗਾਂ ਹੋਈਆਂ ਹਨ ਪਹਾੜੀ ਰਾਜਿਆਂ ਦੀਆਂ, ਮੁਗਲਾਂ ਦੀਆਂ, ਉਹਨਾਂ 10 ਜੰਗਾਂ ਦੇ ਵਿੱਚ ਇਹ ਅਜਮੇਰ ਚੰਦ ਸ਼ਾਮਲ ਹੈ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 10 ਜੰਗਾਂ ਕੀਤੀਆਂ ਹਨ। ਅੱਜ ਇਸ ਨੇ ਸੋਚਿਆ ਵੀ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਬਹੁਤੀ ਤਾਕਤ ਨਹੀਂ, ਬਹੁਤ ਕੋਈ ਵੱਡੀ ਫੌਜ ਨਹੀਂ। ਬੰਦਾ ਸਿੰਘ ਬਹਾਦਰ ਦੇ ਉੱਪਰ ਇਸ ਨੇ ਹਮਲਾ ਕਰ ਦਿੱਤਾ। ਕਹਿਲੂਰ ਦਾ ਰਾਜਾ ਅਜਮੇਰ ਚੰਦ। ਆਖਰ ਸਿੱਖ ਹੈ ਜਿਹੜੇ ਉਹ ਬੜੀ ਹੀ ਬਹਾਦਰੀ ਦੇ ਨਾਲ ਲੜੇ। ਇਸ ਨੂੰ ਇਸ ਜੰਗ ਦੇ ਵਿੱਚ ਹਰਾ ਦਿੱਤਾ ਗਿਆ ਤੇ ਅਜਮੇਰ ਚੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਜਮੇਰ ਚੰਦ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਬੰਦਾ ਸਿੰਘ ਬਹਾਦਰ ਨੇ ਇਸ ਨੂੰ ਆਜ਼ਾਦ ਕਰ ਦਿੱਤਾ, ਕੋਈ ਸਜ਼ਾ ਨਹੀਂ ਦਿੱਤੀ। ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਗਲਤੀ ਹੈ। ਇੱਕ ਦੋ ਹੋਰ ਗਲਤੀਆਂ ਹਨ ਜੋ ਇਤਿਹਾਸਕਾਰ ਮੰਨਦੇ ਹਨ। ਇੱਕ ਤਾਂ ਇਹ ਕਿ ਅਜਮੇਰ ਚੰਦ ਨੂੰ ਸਜ਼ਾ ਦੇਣੀ ਚਾਹੀਦੀ ਸੀ। ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਬੰਦਾ ਸਿੰਘ ਬਹਾਦਰ ਨੇ ਵਜੀਦ ਖਾਨ ਨੂੰ ਸਜ਼ਾ ਦਿੱਤੀ ਹੈ। ਸੁੱਚਾ ਨੰਦ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਉਸ ਤੋਂ ਭੀਖ ਮੰਗਾਈ ਗਈ ਹੈ, ਉਸ ਨੂੰ ਸਜ਼ਾ ਦਿੱਤੀ ਗਈ ਹੈ। ਜਿਹੜੇ ਵਿਅਕਤੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 10 ਜੰਗਾਂ ਕੀਤੀਆਂ ਹਨ, ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਆਜ਼ਾਦ ਕਰ ਦਿੱਤਾ ਗਿਆ। ਇਹ ਇੱਕ ਗਲਤੀ ਹੈ ਇਤਿਹਾਸ ਦੇ ਵਿੱਚ ਜੋ ਇਤਿਹਾਸਕਾਰ ਮੰਨਦੇ ਹਨ। ਦੂਸਰੀ ਗਲਤੀ ਇਤਿਹਾਸਕਾਰ ਇਹ ਮੰਨਦੇ ਆ ਵੀ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਨਹੀਂ ਸੀ ਬਣਾਉਣਾ, ਸਰਹਿੰਦ ਦੇ ਨੇੜੇ ਹੀ ਕਿਸੇ ਇਲਾਕੇ ਨੂੰ ਆਪਣੀ ਰਾਜਧਾਨੀ ਬਣਾ ਲੈਣਾ ਚਾਹੀਦਾ ਸੀ। ਸੋ ਖੈਰ ਇਹ ਇਤਿਹਾਸਕਾਰਾਂ ਵੱਲੋਂ ਮੰਨਿਆ ਜਾਂਦਾ ਵੀ ਸਾਡੇ ਜੋ ਸਿੱਖ ਬਜ਼ੁਰਗ ਹੋਏ ਹਨ ਉਹਨਾਂ ਦੇ ਕੋਲੋਂ ਇਹ ਗਲਤੀਆਂ ਹੋਈਆਂ ਹਨ।
ਬਾਬਾ ਬੰਦਾ ਸਿੰਘ ਬਹਾਦਰ ਇਸ ਇਲਾਕੇ ਨੂੰ ਜਿੱਤਣ ਤੋਂ ਬਾਅਦ, ਅਜਮੇਰ ਚੰਦ ਨੂੰ ਹਰਾਉਣ ਤੋਂ ਬਾਅਦ ਇਸ ਪਹਾੜੀ ਏਰੀਏ ਦੇ ਵਿੱਚ ਬਟਾਲਾ, ਕਲਾਨੌਰ, ਇਹਨਾਂ ਇਲਾਕਿਆਂ ਦੇ ਵਿੱਚ ਵਿਚਰੇ। ਕਲਾਨੌਰ ਦੇ ਬਾਰੇ ਇੱਕ ਮੁਹਾਵਰਾ ਵੀ ਹੈ, ਜਿਸ ਨੇ ਵੇਖਿਆ ਨਹੀਂ ਲਾਹੌਰ ਉਹ ਵੇਖ ਲੇ ਕਲਾਨੌਰ। ਕਲਾਨੌਰ ਦੇ ਵਿੱਚ ਹੀ 1555 ਈਸਵੀ ਦੇ ਵਿੱਚ ਅਕਬਰ ਦੀ ਤਾਜਪੋਸ਼ੀ ਹੋਈ ਸੀ। ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ ਇਸਲਾਮ ਮਤ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਹਨ। ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਵਿਚਾਰਾਂ ਕੀਤੀਆਂ। ਉਹਨਾਂ ਨੂੰ ਇੱਕ ਗੱਲ ਸਮਝਾਈ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਕੋਈ ਇਸਲਾਮ ਮਤ ਦੇ ਖਿਲਾਫ ਨਹੀਂ। ਅਸੀਂ ਕਿਸੇ ਵੀ ਬੇਕਸੂਰ ਮੁਸਲਮਾਨ ਦਾ ਕਤਲ ਨਹੀਂ ਕੀਤਾ। ਹਾਂ, ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਹਨ, ਉਹ ਕਿਸੇ ਵੀ ਮਤ ਦੇ ਨਾਲ ਸੰਬੰਧਿਤ ਹਨ, ਅਸੀਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਹਨ। ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ, ਉਹਨਾਂ ਦੀ ਕਰਨੀ ਤੋਂ, ਕਥਨੀ ਤੋਂ ਪ੍ਰਭਾਵਿਤ ਹੋ ਕੇ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਇਸ ਇਲਾਕੇ ਦੇ ਮੁਸਲਮਾਨ ਵੀਰਾਂ ਨੇ ਖੰਡੇ ਕੀ ਪਹੁਲ ਪ੍ਰਾਪਤ ਕਰਕੇ ਸਿੰਘ ਸਜੇ ਅਤੇ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਵੀ ਸ਼ਾਮਲ ਹੋਏ। ਇਹ ਇਤਿਹਾਸਕਾਰਾਂ ਵੱਲੋਂ ਜ਼ਿਕਰ ਕੀਤਾ ਗਿਆ ਕਿਤਾਬਾਂ ਦੇ ਵਿੱਚ ਵੀ। ਇੰਨਾ ਜ਼ਿਆਦਾ ਬੰਦਾ ਸਿੰਘ ਬਹਾਦਰ ਦੇ ਜੀਵਨ ਦਾ ਪ੍ਰਭਾਵ ਪਿਆ। ਬੰਦਾ ਸਿੰਘ ਬਹਾਦਰ ਬਟਾਲਾ, ਕਲਾਨੌਰ, ਇਹਨਾਂ ਇਲਾਕਿਆਂ ਦੇ ਵਿੱਚ ਵਿਚਰਦਾ ਹੋਇਆ ਚੰਬੇ ਦੇ ਇਲਾਕੇ ਦੇ ਵਿੱਚ ਪਹੁੰਚਦਾ ਹੈ। ਇੱਥੋਂ ਦਾ ਰਾਜਾ ਸੋਚਦਾ ਹੈ ਬੰਦਾ ਸਿੰਘ ਬਹਾਦਰ ਦੇ ਨਾਲ ਜੰਗ ਨਹੀਂ ਕਰਨੀ ਚਾਹੀਦੀ। ਬੰਦਾ ਸਿੰਘ ਬਹਾਦਰ ਦੇ ਨਾਲ ਭਾਵੇਂ ਸਿੱਖ ਥੋੜ੍ਹੇ ਹਨ, ਭਾਵੇਂ ਇਹਨਾਂ ਦੇ ਕੋਲ ਹਥਿਆਰ ਵੀ ਸੀਮਤ ਮਾਤਰਾ ਵਿੱਚ ਹਨ, ਲੇਕਿਨ ਇਹਨਾਂ ਦੇ ਹੌਸਲੇ ਬੜੇ ਹੀ ਬਰਕਰਾਰ ਹਨ। ਜਿਹੜੀਆਂ ਕੌਮਾਂ ਦੇ ਹੌਸਲੇ ਬਹੁਤ ਹੀ ਬੁਲੰਦ ਹੋਣ, ਕਿਸੇ ਵਿਦਵਾਨ ਨੇ ਲਿਖਿਆ, ਉਹ ਕੌਮਾਂ ਜੰਗਾਂ ਹਾਰ ਕੇ ਵੀ ਹਾਰਿਆ ਨਹੀਂ ਕਰਦੀਆਂ। ਉਹ ਕੌਮਾਂ ਜਿਨ੍ਹਾਂ ਦੇ ਬੁਲੰਦ ਹੌਸਲੇ ਹੁੰਦੇ ਹਨ, ਇੱਕ ਨਾ ਇੱਕ ਦਿਨ ਜਿੱਤ ਪ੍ਰਾਪਤ ਕਰ ਹੀ ਲੈਂਦੀਆਂ ਹਨ। ਜਿਹੜੇ ਲੋਕ ਮਨ ਕਰਕੇ ਗੁਲਾਮ ਨਹੀਂ ਹੁੰਦੇ, ਉਹਨਾਂ ਨੂੰ ਤਨ ਕਰਕੇ ਬਹੁਤਾ ਸਮਾਂ ਗੁਲਾਮ ਨਹੀਂ ਰੱਖਿਆ ਜਾ ਸਕਦਾ। ਤੇ ਜੇਕਰ ਅੱਜ ਦਾ ਸਮਾਂ ਵੇਖਿਆ ਜਾਵੇ, ਅੱਜ ਸਾਨੂੰ ਮਨ ਕਰਕੇ ਗੁਲਾਮ ਬਣਾਇਆ ਜਾ ਰਿਹਾ ਹੈ। ਅੱਜ ਦਾ ਸਮਾਂ ਇਸ ਤਰ੍ਹਾਂ ਦਾ ਹੈ ਵੀ ਅੱਜ ਦੇ ਸਿੱਖਾਂ ਨੂੰ ਸਿੱਖੀ ਕਮਾਉਣ ਦਾ ਮਨ ਦੇ ਵਿੱਚ ਕੋਈ ਚਾਅ ਨਹੀਂ, ਆਪਣੇ ਆਪ 'ਤੇ ਸਿੱਖ ਹੋਣ ਦਾ ਕੋਈ ਫਕਰ ਨਹੀਂ, ਕੋਈ ਮਾਣ ਨਹੀਂ। ਇਹਦਾ ਕਾਰਨ ਕੀ ਹੈ ਕਿ ਸਾਨੂੰ ਅੱਜ ਮਾਨਸਿਕ ਤੌਰ 'ਤੇ ਗੁਲਾਮ ਬਣਾਇਆ ਜਾ ਰਿਹਾ ਹੈ। ਮੈਂ ਤੁਹਾਡੇ ਨਾਲ ਇੱਕ ਵਿਦਵਾਨ ਦਾ ਜ਼ਿਕਰ ਕਰਦਾ ਹਾਂ, S.S. ਅਮੋਲ। ਇਹ ਵਿਦਵਾਨ ਅਨਾਥ ਆਸ਼ਰਮ ਦੇ ਵਿੱਚ ਰਹਿ ਕੇ ਪੜ੍ਹਿਆ। 10ਵੀਂ ਕਲਾਸ ਤੱਕ ਇਸ ਨੇ ਪੜ੍ਹਾਈ ਕੀਤੀ। ਇੱਕ ਅਚਾਨਕ ਹੀ ਘਟਨਾ ਵਾਪਰਦੀ ਹੈ। ਇੱਕ ਬਹੁਤ ਹੀ ਚੰਗੀ ਕਨਵੈਨਸ਼ਨ ਹੋ ਰਹੀ ਹੈ। ਇਸ ਕਨਵੈਨਸ਼ਨ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਆਗੂ, ਧਾਰਮਿਕ ਵਿਅਕਤੀ ਪਹੁੰਚੇ ਹੋਏ ਹਨ ਤੇ S.S. ਅਮੋਲ ਇਸ ਨੇ 10ਵੀਂ ਕਲਾਸ ਦੀ ਪੜ੍ਹਾਈ ਕੀਤੀ ਹੋਈ ਹੈ। ਇਹ ਉਸ ਕਨਵੈਨਸ਼ਨ ਦੇ ਵਿੱਚ ਇੱਕ ਪੇਪਰ ਪੜ੍ਹਦਾ ਹੈ। ਇਸ ਨੇ ਇੰਨਾ ਵਧੀਆ ਪੇਪਰ ਪੜ੍ਹਿਆ, ਉੱਥੇ ਜਿਹੜੇ ਲੋਕ ਬੈਠੇ ਹਨ ਵੱਖ-ਵੱਖ ਧਰਮਾਂ ਦੇ, ਉਹ ਬਹੁਤ ਹੀ ਪ੍ਰਭਾਵਿਤ ਹੋਏ ਵੀ ਛੋਟੀ ਜੀ ਉਮਰ ਦੇ ਬੱਚੇ ਨੇ ਜੋ ਨੌਜਵਾਨੀ ਦੇ ਵਿੱਚ ਹੈ, ਬੜਾ ਵਧੀਆ ਪੇਪਰ ਪੜ੍ਹਿਆ, ਬੜਾ ਸੋਹਣਾ ਲੈਕਚਰ ਕੀਤਾ। ਆਖਰ ਲੈਕਚਰ ਸਮਾਪਤ ਹੋਣ ਤੋਂ ਬਾਅਦ ਇੱਕ ਈਸਾਈ ਪਾਦਰੀ S.S. ਅਮੋਲ ਦੇ ਕੋਲ ਆਉਂਦਾ ਹੈ ਅਤੇ ਇਸ ਨੂੰ ਆ ਕੇ ਕਹਿੰਦਾ ਹੈ, ਤੁਸੀਂ ਕਿੱਥੇ ਰਹਿੰਦੇ ਹੋ?
ਐਸ ਅਮੋਲ ਜਵਾਬ ਦਿੰਦਾ ਵੀ ਮੈਂ ਆਸ਼ਰਮ ਦੇ ਵਿੱਚ ਰਹਿੰਦਾ ਹਾਂ, ਅਨਾਥ ਆਸ਼ਰਮ ਦੇ ਵਿੱਚ, ਤੇ ਉੱਥੇ ਹੀ ਮੈਂ ਪੜ੍ਹਾਈ ਕੀਤੀ ਹੈ। ਇਹ ਈਸਾਈ ਮੱਤ ਦਾ ਪਾਦਰੀ ਐਸ ਅਮੋਲ ਨੂੰ ਕਹਿੰਦਾ ਹੈ ਵੀ ਜੇਕਰ ਤੂੰ ਹੋਰ ਪੜ੍ਹਾਈ ਕਰਨਾ ਚਾਹੁੰਦਾ ਹੈ ਤੇ ਮੈਂ ਤੇਰੀ ਪੜ੍ਹਾਈ 'ਤੇ ਖਰਚਾ ਕਰਾਂਗਾ, ਜਿੰਨਾ ਤੂੰ ਪੜ੍ਹਨਾ ਚਾਹੁੰਦਾ ਹੈ ਉਨਾ ਪੜ੍ਹ ਸਕਦਾ, ਤੇ ਇੱਥੋਂ ਤੱਕ ਕਿ ਮੈਂ ਤੈਨੂੰ ਵਲੈਤ ਦੇ ਵਿੱਚ ਪੜ੍ਹਾਵਾਂਗਾ। ਇੰਗਲੈਂਡ ਨੂੰ ਵਲੈਤ ਕਹਿਆ ਜਾਂਦਾ। ਐਸ ਅਮੋਲ ਉਸ ਪਾਦਰੀ ਨੂੰ ਕਹਿੰਦਾ ਹੈ ਵੀ ਜੋ ਤੂੰ ਮੇਰੀ ਪੜ੍ਹਾਈ 'ਤੇ ਖਰਚਾ ਕਰੇਂਗਾ ਉਹ ਰੁਪਈਏ ਮੈਂ ਵਾਪਸ ਕਿਵੇਂ ਕਰਾਂਗਾ, ਬਾਅਦ ਦੇ ਵਿੱਚ ਉਹ ਮੇਰੇ ਤੋਂ ਵਾਪਸ ਨਹੀਂ ਕੀਤੇ ਜਾਣੇ। ਇਹ ਈਸਾਈ ਪਾਦਰੀ ਕਹਿੰਦਾ ਹੈ ਵੀ ਉਹ ਰੁਪਈਏ ਮੈਂ ਵਾਪਸ ਨਹੀਂ ਲਵਾਂਗਾ। ਉਹ ਈਸਾਈ ਪਾਦਰੀ ਕਹਿੰਦਾ ਹੈ ਜੇਕਰ ਤੇਰੇ ਤੋਂ ਰੁਪਈਏ ਵਾਪਸ ਨਹੀਂ ਕੀਤੇ ਜਾਣੇ, ਤੂੰ ਕਿਸੇ ਹੋਰ ਰੂਪ ਦੇ ਵਿੱਚ ਉਹ ਰੁਪਈਏ ਵਾਪਸ ਕਰ ਸਕਦਾ ਹੈ। ਆਖਰ ਉਸਨੇ ਇੱਕ ਬੁਝਾਰਤ ਪਾ ਦਿੱਤੀ। ਐਸ ਅਮੋਲ ਚਿੰਤਾ ਦੇ ਵਿੱਚ ਚਲਿਆ ਗਿਆ ਵੀ ਆਖਰ ਹੋਰ ਕਿਸੇ ਰੂਪ ਦੇ ਵਿੱਚ ਮੈਂ ਕਿਵੇਂ ਇਹਦੇ ਰੁਪਈਏ ਵਾਪਸ ਕਰਾਂਗਾ। ਉਸਨੇ ਫਿਰ ਸਵਾਲ ਕਰ ਦਿੱਤਾ ਵੀ ਮੇਰਾ ਤਾਂ ਕੋਈ ਚਾਚਾ ਤਾਇਆ ਵੀ ਨਹੀਂ, ਪਰਿਵਾਰ ਵੀ ਨਹੀਂ, ਮੈਂ ਤਾਂ ਅਨਾਥ ਆਸ਼ਰਮ ਦੇ ਵਿੱਚ ਰਹਿ ਕੇ ਪੜ੍ਹਿਆ ਹਾਂ, ਹੁਣ ਵੀ ਉੱਥੇ ਰਹਿ ਰਿਹਾ ਹਾਂ, ਮੈਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਦੱਸੋ ਵੀ ਮੈਂ ਕਿਹੜੇ ਰੂਪ ਦੇ ਵਿੱਚ ਤੁਹਾਡੇ ਰੁਪਈਏ ਵਾਪਸ ਕਰਾਂਗਾ। ਉਹ ਈਸਾਈ ਪਾਦਰੀ ਆਪਣੇ ਵੱਲੋਂ ਆਪਣੀ ਰਿਹਾਇਸ਼ ਦਾ, ਆਪਣੇ ਟਿਕਾਣੇ ਦਾ ਕਾਰਡ ਦਿੰਦਾ ਹੈ, ਆਪਣਾ ਪਤਾ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਵੀ ਜੇਕਰ ਤੁਸੀਂ ਪੜ੍ਹਾਈ ਕਰਨੀ ਹੋਈ ਤੁਸੀਂ ਮੈਨੂੰ ਇਸ ਮੇਰੀ ਰਿਹਾਇਸ਼ 'ਤੇ ਮਿਲ ਲੈਣਾ ਅਤੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗਾ। ਪਰ ਐਸ ਅਮੋਲ ਫਿਰ ਸਵਾਲ ਕਰਦਾ ਵੀ ਤੁਸੀਂ ਹੁਣੇ ਦੱਸੋ, ਜੇ ਮੈਂ ਪੜ੍ਹਾਈ ਕਰਨੀ ਹੋਵੇ ਜਿਹੜਾ ਤੁਸੀਂ ਮੇਰੇ 'ਤੇ ਖਰਚਾ ਕਰੋਗੇ ਮੈਂ ਉਹ ਵਾਪਸ ਕਿਵੇਂ ਕਰਾਂਗਾ। ਤੇ ਉਹ ਈਸਾਈ ਪਾਦਰੀ ਕਹਿੰਦਾ ਹੈ ਵੀ ਤੂੰ ਕੁਝ ਨਹੀਂ ਕਰਨਾ, ਅੱਗੇ ਤੋਂ ਜਦੋਂ ਤੂੰ ਕਿਸੇ ਗੁਰਦੁਆਰੇ ਦੇ ਵਿੱਚ ਜਾ ਕੇ ਪ੍ਰਚਾਰ ਕਰੇ, ਲੈਕਚਰ ਕਰੇ, ਸਿਰਫ ਤੂੰ ਇਹ ਗੱਲ ਕਹਿਣੀ ਹੈ ਵੀ ਜੋ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹੈ, ਇਹੀ ਜੋ ਈਸਾ ਮਸੀਹ ਹੋਏ ਹਨ ਉਹ ਕਹਿ ਰਹੇ ਹੈ। ਈਸਾਈ ਮੱਤ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਈਸਾ ਮਸੀਹ ਵੀ ਬਹੁਤ ਵਧੀਆ ਪੈਗੰਬਰ ਹੋਏ ਹੈ। ਤੁਸੀਂ ਗੁਰਦੁਆਰੇ ਦੇ ਵਿੱਚ ਲੈਕਚਰ ਦੇ ਦੌਰਾਨ ਕੋਈ 4-5 ਗੱਲਾਂ ਸਾਡੇ ਮੱਤ ਦੀਆਂ ਕਰਨੀਆਂ ਹਨ। ਤੁਸੀਂ ਸਿੱਖੀ ਸਰੂਪ ਦੇ ਵਿੱਚ ਰਹੋ, ਸਿੱਖੀ ਦਾ ਪ੍ਰਚਾਰ ਕਰੋ, ਲੇਕਿਨ ਸਿਰਫ ਇੰਨੀ ਹੀ ਗੱਲ ਕਰਨੀ ਆ ਵੀ ਤੁਸੀਂ 4-5 ਵਿਚਾਰਾਂ ਜਿਹੜੀਆਂ ਉਹ ਸਾਡੇ ਮੱਤ ਦੀਆਂ ਪ੍ਰਚਾਰਨੀਆਂ ਹਨ। ਇਸ ਰੂਪ ਦੇ ਵਿੱਚ ਤੁਸੀਂ ਮੇਰਾ ਜੋ ਖਰਚਾ ਹੈ ਉਹ ਵਾਪਸ ਕਰ ਸਕਦੇ ਹੋ। ਐਸ ਅਮੋਲ ਅਨਾਥ ਆਸ਼ਰਮ ਦੇ ਵਿੱਚ ਆ ਗਿਆ ਅਤੇ ਪਿਆ ਸੋਚਦਾ ਹੈ ਵੀ ਗੱਲ ਤਾਂ ਠੀਕ ਹੈ, ਆਪਾਂ 4-5 ਗੱਲਾਂ ਕਰਨੀਆਂ ਕਰਦਿਆ ਕਰਾਂਗੇ, ਆਪਾਂ ਬਹੁਤ ਵਧੀਆ ਪੜ੍ਹਾਈ ਕਰ ਲਵਾਂਗੇ, ਪੜ੍ਹਾਈ ਦਾ ਸ਼ੌਂਕ ਵੀ ਹੈ। ਆਖਰ ਦੂਸਰੇ ਦਿਨ ਆਪਣੇ ਮਨ ਦੇ ਵਿੱਚ ਫੈਸਲਾ ਕਰਕੇ ਰਿਹਾਇਸ਼ 'ਤੇ ਮਿਲਣ ਚਲਿਆ ਗਿਆ। ਉਸ ਪਾਦਰੀ ਦੀ ਰਿਹਾਇਸ਼ 'ਤੇ ਚਲਿਆ ਗਿਆ। ਉਹ ਪਾਦਰੀ ਆਪਣੇ ਕਮਰੇ ਦੇ ਵਿੱਚ ਹੈ। ਉਸਦੇ ਨੌਕਰ ਨੇ ਕਹਿ ਦਿੱਤਾ ਵੀ ਤੁਸੀਂ ਇਸ ਜਗ੍ਹਾ 'ਤੇ ਬੈਠ ਜਾਵੋ, ਉਹ ਤੁਹਾਨੂੰ ਇੱਥੇ ਹੀ ਆ ਕੇ ਮਿਲੇਗਾ। ਲੇਕਿਨ ਉਸ ਈਸਾਈ ਪਾਦਰੀ ਦੇ ਘਰ ਦੇ ਵਿੱਚ ਇੱਕ ਕੁੱਤਾ ਹੈ ਜਿਹੜਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਐਸ ਅਮੋਲ ਨੂੰ। ਆਖਰ ਜਦੋਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ, ਐਸ ਅਮੋਲ ਨੇ ਉਸ ਨੂੰ ਆਪਣੇ ਟਿਫਨ ਦੇ ਵਿੱਚੋਂ ਇੱਕ ਰੋਟੀ ਕੱਢ ਕੇ ਪਾ ਦਿੱਤੀ, ਲੇਕਿਨ ਉਸ ਕੁੱਤੇ ਨੇ ਉਹ ਰੋਟੀ ਖਾਧੀ ਕੋਈ ਨਹੀਂ ਤੇ ਪਰੇਸ਼ਾਨ ਕਰਨੋਂ ਵੀ ਨਹੀਂ ਹਟਿਆ। ਆਖਰ ਨੂੰ ਜਦੋਂ ਉਹ ਈਸਾਈ ਪਾਦਰੀ ਆਇਆ, ਉਸਨੇ ਐਸ ਅਮੋਲ ਦੇ ਮੋਢੇ 'ਤੇ ਹੱਥ ਰੱਖਿਆ, ਹਾਲ ਚਾਲ ਪੁੱਛਿਆ
ਤੇ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ। ਜਦੋਂ ਕੁੱਤੇ ਦੇ ਵੱਲ ਨਜ਼ਰ ਗਈ, ਉਸਨੇ ਆਪਣੇ ਨੌਕਰ ਨੂੰ ਕਹਿਆ, ਇਸ ਕੁੱਤੇ ਨੂੰ ਰੋਟੀ ਕਿਸ ਨੇ ਪਾਈ ਹੈ? ਐਸ ਅਮੋਲ ਜਵਾਬ ਦਿੰਦਾ ਵੀ ਅਸਲ ਦੇ ਵਿੱਚ ਇਸ ਨੂੰ ਰੋਟੀ ਤਾਂ ਮੈਂ ਪਾ ਦਿੱਤੀ ਹੈ। ਇਹ ਬਹੁਤ ਪਰੇਸ਼ਾਨ ਕਰ ਰਿਹਾ ਸੀ, ਜਿਸ ਕਰਕੇ ਮੈਂ ਰੋਟੀ ਪਾ ਦਿੱਤੀ, ਪਰ ਇਸਨੇ ਖਾਧੀ ਕੋਈ ਨਹੀਂ। ਜਦੋਂ ਐਸ ਅਮੋਲ ਇਹ ਗੱਲ ਕਹਿੰਦਾ ਨਾ ਵੀ ਇਸ ਕੁੱਤੇ ਨੇ ਰੋਟੀ ਖਾਧੀ ਕੋਈ ਨਹੀਂ, ਤੇ ਉਹ ਪਾਦਰੀ ਹੱਸ ਕੇ ਜਵਾਬ ਦਿੰਦਾ ਵੀ ਅਸਲ ਦੇ ਵਿੱਚ ਇਹ ਮੇਰਾ ਕੁੱਤਾ ਹੈ, ਮੈਂ ਇਸ ਦਾ ਮਾਲਕ ਹਾਂ, ਇਹ ਮੇਰੇ ਹੱਥ ਦੀ ਹੀ ਰੋਟੀ ਖਾਂਦਾ ਹੈ, ਕਿਸੇ ਹੋਰ ਦੀ ਨਹੀਂ। ਇਹ ਬੇਗਾਨਿਆਂ ਦੇ ਟੁਕੜਿਆਂ ਤੇ ਨਹੀਂ ਪਲਣ ਵਾਲਾ, ਨਾ ਇਹ ਬੇਗਾਨਿਆਂ ਦੀ ਬੋਲੀ ਬੋਲਦਾ। ਜਦੋਂ ਇਹ ਗੱਲਾਂ ਕਹੀਆਂ, ਐਸ ਅਮੋਲ ਨੇ ਉਸ ਪਾਦਰੀ ਦਾ ਹੱਥ ਆਪਣੇ ਮੋਢੇ ਤੋਂ ਚੁੱਕਿਆ ਅਤੇ ਰੁਕ ਗਿਆ। ਉਹ ਪਾਦਰੀ ਕਹਿੰਦਾ ਹੈ, ਐਸ ਅਮੋਲ ਤੁਸੀਂ ਰੁਕ ਕਿਉਂ ਗਏ ਹੋ? ਤੁਸੀਂ ਮੇਰੇ ਨਾਲ ਕਮਰੇ ਦੇ ਵਿੱਚ ਚੱਲੋ। ਐਸ ਅਮੋਲ ਉਸ ਪਾਦਰੀ ਨੂੰ ਜਵਾਬ ਦਿੰਦਾ ਵੀ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਕਿਤਾਬਾਂ ਦੇ ਵਿੱਚੋਂ ਨਹੀਂ ਸਿੱਖ ਸਕਿਆ, ਜਿਹੜੀ ਗੱਲ ਦਾ ਪਤਾ ਮੈਂ ਆਪਣੀ ਅਕਲ ਦੇ ਨਾਲ ਵੀ ਨਹੀਂ ਲਗਾ ਸਕਿਆ, ਅੱਜ ਉਹ ਗੱਲ ਮੈਂ ਤੁਹਾਡੇ ਕੁੱਤੇ ਤੋਂ ਸਿੱਖ ਲਈ ਹੈ। ਪਾਦਰੀ ਕਹਿੰਦਾ, ਉਹ ਕਿਹੜੀ ਗੱਲ ਹੈ? ਐਸ ਅਮੋਲ ਜਵਾਬ ਦਿੰਦਾ ਹੈ ਵੀ ਉਹ ਇਹ ਗੱਲ ਹੈ ਵੀ ਇਹ ਇੱਕ ਕੁੱਤਾ ਹੈ ਤੇ ਆਪਣੇ ਮਾਲਕ ਦੇ ਪ੍ਰਤੀ, ਤੇਰੇ ਪ੍ਰਤੀ ਵਫਾਦਾਰ ਹੈ। ਇਹ ਬੇਗਾਨੇ ਟੁਕੜਿਆਂ ਤੇ ਨਹੀਂ ਪਲਦਾ, ਇਹ ਬੇਗਾਨਿਆਂ ਦੀ ਬੋਲੀ ਨਹੀਂ ਬੋਲਦਾ। ਮੈਂ ਕਿੰਨਾ ਵੱਡਾ ਮੂਰਖ ਹਾਂ ਕਿ ਮੈਂ ਆਪਣੇ ਗੁਰੂ ਦਾ ਦਰ ਛੱਡ ਕੇ ਤੇਰੇ ਦਰ ਤੇ ਆਇਆ ਹਾਂ, ਆਪਣੇ ਮਾਲਕ ਦਾ ਦਰ ਛੱਡ ਆਇਆ ਹਾਂ। ਮੈਨੂੰ ਭਰੋਸਾ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਤੇ, ਜਦੋਂ ਮੈਨੂੰ ਉਹ ਅਨਾਥ ਆਸ਼ਰਮ ਦੇ ਵਿੱਚ ਰੱਖ ਕੇ 10ਵੀਂ ਕਲਾਸ ਤੱਕ ਪੜ੍ਹਾਈ ਕਰਵਾ ਸਕਦਾ ਹੈ ਤੇ ਉਹ ਅੱਗੇ ਵੀ ਪੜ੍ਹਾ ਸਕਦਾ ਹੈ। ਮੈਨੂੰ ਇਸ ਕੁੱਤੇ ਤੋਂ ਸਿੱਖਿਆ ਮਿਲ ਗਈ ਹੈ ਕਿ ਮੈਨੂੰ ਆਪਣੇ ਮਾਲਕ ਦਾ ਦਰ ਨਹੀਂ ਛੱਡ ਕੇ ਜਾਣਾ ਚਾਹੀਦਾ, ਮੈਨੂੰ ਬੇਗਾਨਿਆਂ ਦੀ ਬੋਲੀ ਨਹੀਂ ਬੋਲਣੀ ਚਾਹੀਦੀ। ਮੈਂ ਕਿੰਨਾ ਵੱਡਾ ਮੂਰਖ ਸੀ, ਇੱਕ ਪੜ੍ਹਾਈ ਦੇ ਲਾਲਚ ਦੇ ਵਿੱਚ ਮੈਂ ਤੁਹਾਡੀ ਬੋਲੀ ਬੋਲਣ ਦੇ ਲਈ ਤਿਆਰ ਹੋ ਗਿਆ। ਮੈਂ ਬਹੁਤ ਵੱਡਾ ਮੂਰਖ ਸਾਂ, ਲੇਕਿਨ ਹੁਣ ਮੈਨੂੰ ਸਮਝ ਆ ਗਈ ਹੈ। ਮੈਂ ਗੱਲ ਕਰ ਰਿਹਾ ਹਾਂ ਕਿ ਅੱਜ ਸਾਡੇ ਜੀਵਨ ਦੇ ਵਿੱਚ ਸਿੱਖੀ ਨੂੰ ਕਮਾਉਣ ਦਾ ਚਾਅ ਖਤਮ ਹੋ ਗਿਆ ਹੈ। ਆਪਣੇ ਆਪ ਤੇ ਸਿੱਖ ਹੋਣ ਦਾ ਮਾਣ, ਫਕਰ ਮਹਿਸੂਸ ਕਰਨਾ, ਇਹ ਸਾਡੇ ਜੀਵਨ ਦੇ ਵਿੱਚੋਂ ਗੱਲਾਂ ਖਤਮ ਹੋ ਗਈਆਂ। ਐਸ ਅਮੋਲ ਵਰਗੇ ਕਿੰਨੇ ਵਧੀਆ ਵਿਦਵਾਨ ਹੋਏ ਹੈ, ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਹੈ ਤੇ ਦੂਸਰਿਆਂ ਵੱਲੋਂ ਦਿੱਤੇ ਹੋਏ ਲਾਲਚਾਂ ਨੂੰ ਠੁਕਰਾ ਦਿੱਤਾ। ਸੋ ਖੈਰ, ਬੰਦਾ ਸਿੰਘ ਬਹਾਦਰ ਇਸੇ ਤਰ੍ਹਾਂ ਵਿਚਰਦਿਆਂ ਹੋਇਆਂ ਕੁਝ ਸਿੱਖਾਂ ਦੇ ਨਾਲ ਚੰਬੇ ਦੇ ਇਲਾਕੇ ਦੇ ਵਿੱਚ ਪਹੁੰਚਦੇ ਹਨ। ਇੱਥੋਂ ਦਾ ਜਿਹੜਾ ਰਾਜਾ ਹੈ ਉਹ ਬੰਦਾ ਸਿੰਘ ਬਹਾਦਰ ਦੇ ਬਾਰੇ ਥੋੜ੍ਹਾ ਬਹੁਤਾ ਜਾਣਦਾ। ਉਸਨੇ ਸੋਚਿਆ ਬੰਦਾ ਸਿੰਘ ਬਹਾਦਰ ਦੇ ਨਾਲ ਆਪਾਂ ਨੂੰ ਕੋਈ ਜੰਗ ਨਹੀਂ ਕਰਨੀ ਚਾਹੀਦੀ, ਸਗੋਂ ਉਸ ਦੇ ਨਾਲ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਚੰਬੇ ਦਾ ਰਾਜਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਰਾਜ ਦੇ ਵਿੱਚ ਲੈ ਗਿਆ। ਕੁਝ ਸਮਾਂ ਬੰਦਾ ਸਿੰਘ ਬਹਾਦਰ ਇਸ ਰਾਜੇ ਦੇ ਕੋਲ ਰਹਿਆ। ਇਸ ਰਾਜੇ ਦਾ ਨਾਮ ਉਦੇ ਸਿੰਘ ਹੈ, ਰਾਜਾ ਉਦੇ। ਕਈ ਦਿਨ ਬੰਦਾ ਸਿੰਘ ਬਹਾਦਰ ਇਸ ਦੇ ਕੋਲ ਰੁਕਿਆ ਰਹਿਆ। ਬੰਦਾ ਸਿੰਘ ਬਹਾਦਰ ਦੀ ਕਰਨੀ ਤੋਂ ਇਹ ਰਾਜਾ ਇੰਨਾ ਪ੍ਰਭਾਵਿਤ ਹੋਇਆ, ਇਸ ਨੇ ਸੋਚਿਆ ਕਿਉਂ ਨਾ ਮੈਂ ਆਪਣੀ ਲੜਕੀ ਦਾ ਡੋਲਾ, ਆਪਣੀ ਲੜਕੀ ਦੀ ਸ਼ਾਦੀ ਬੰਦਾ ਸਿੰਘ ਬਹਾਦਰ ਦੇ ਨਾਲ ਕਰ ਦੇਵਾਂ। ਬੰਦਾ ਸਿੰਘ ਬਹਾਦਰ ਦੇ ਨਾਲ ਇਹ ਚੰਬੇ ਦਾ ਰਾਜਾ ਆਪਣੀ ਲੜਕੀ ਦਾ ਵਿਆਹ ਕਰ ਦਿੰਦਾ ਹੈ। ਉਸ ਲੜਕੀ ਦਾ ਨਾਮ ਹੈ ਸੁਸ਼ੀਲ ਕੌਰ। ਉਸ ਲੜਕੀ ਦਾ ਨਾਮ ਹੈ ਸੁਸ਼ੀਲ ਕੌਰ। ਬੰਦਾ ਸਿੰਘ ਬਹਾਦਰ ਅਤੇ
ਸੁਸ਼ੀਲ ਕੌਰ ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲੈਂਦਾ ਹੈ ਜਿਸ ਦਾ ਨਾਮ ਅਜੇ ਸਿੰਘ ਹੈ, ਜਿਸ ਨੂੰ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਕੀਤਾ ਜਾਣਾ। ਇੱਕ ਵਿਆਹ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਹੋ ਗਿਆ ਹੈ ਸਰਹਿੰਦ ਦੇ ਵਿੱਚ ਸ਼ਿਵਰਾਮ ਕਪੂਰ ਅਤੇ ਇਹਨਾਂ ਦੀ ਪਤਨੀ ਭਗਵੰਤੀ, ਜੋ ਇਹਨਾਂ ਦੀ ਲੜਕੀ ਸੀ ਸਾਹਿਬ ਕੌਰ, ਉਸ ਦੇ ਨਾਲ ਉਹ ਆਪਾਂ ਵਿਚਾਰ ਆਏ ਹਾਂ। ਸੋ ਬੰਦਾ ਸਿੰਘ ਬਹਾਦਰ ਦਾ ਇੱਥੇ ਚੰਬੇ ਦੇ ਰਾਜੇ ਦੀ ਲੜਕੀ ਦੇ ਨਾਲ ਵਿਆਹ ਹੁੰਦਾ ਹੈ ਤੇ ਦੂਸਰੇ ਪਾਸੇ ਬਾਦਸ਼ਾਹ ਬਹਾਦਰ ਸ਼ਾਹ ਜੋ ਸਰਹਿੰਦ ਦੇ ਵਿੱਚ ਬੈਠਾ ਹੈ, ਉਹ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ। ਆਖਰ 80,000 ਦੀ ਫੌਜ ਹੈ, ਉਸ ਦੇ ਨਾਲ ਉਹ ਲਾਹੌਰ ਦੇ ਵਿੱਚ ਚਲਿਆ ਜਾਂਦਾ ਹੈ। ਲਾਹੌਰ ਦੇ ਵਿੱਚ ਚਲਿਆ ਜਾਂਦਾ ਹੈ, 80,000 ਦੀ ਫੌਜ ਹੈ, ਉਸ ਦਾ ਬਹੁਤ ਜ਼ਿਆਦਾ ਖਰਚਾ ਹੈਗਾ। ਆਖਰ 80,000 ਦੀ ਫੌਜ ਦਾ ਬਹੁਤ ਜ਼ਿਆਦਾ ਖਰਚਾ ਹੈ, ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਵੀ ਨਹੀਂ ਕਰ ਸਕਿਆ। ਲਾਹੌਰ ਦੇ ਵਿੱਚ ਪਹੁੰਚਣ ਤੋਂ ਬਾਅਦ ਬਹਾਦਰ ਸ਼ਾਹ ਬਾਦਸ਼ਾਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਮੈਂਟਲੀ ਤੌਰ 'ਤੇ ਅਪਸੈਟ ਹੋ ਜਾਂਦਾ ਹੈਗਾ। ਆਖਰ ਉਹ ਇੱਥੇ ਇੱਕ ਐਲਾਨ ਕਰਦਾ ਹੈ, ਉਹ ਇਸ ਤਰ੍ਹਾਂ ਦਾ ਐਲਾਨ ਕਰਦਾ ਵੀ ਸਿੱਖ ਜਿੱਥੇ ਵੀ ਲੱਭਦਾ ਉਸ ਦਾ ਕਤਲ ਕਰ ਦਿੱਤਾ ਜਾਵੇ। ਕੋਈ ਵੀ ਵਿਅਕਤੀ ਜਿਹੜਾ ਕਤਲ ਕਰੇਗਾ ਉਸ ਨੂੰ ਕਿਸੇ ਕਿਸਮ ਦੀ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਇਸ ਤਰ੍ਹਾਂ ਦਾ ਐਲਾਨ ਕੀਤਾ ਜਾਂਦਾ ਹੈ। ਕਿਸੇ ਵਿਦਵਾਨ ਨੇ ਲਿਖਿਆ, ਸਿੰਘਨ ਖੂਨ ਮਾਫ ਹਮ ਕੀਨੇ, ਜਿਤ ਲੱਭੈ ਤਿਤ ਮਾਰੋ ਚੀਨੇ। ਜਿੱਥੇ ਵੀ ਕਿਸੇ ਨੂੰ ਕੋਈ ਸਿੱਖ ਲੱਭਦਾ ਹੈ ਉਸ ਦਾ ਕਤਲ ਕਰ ਦਿੱਤਾ ਜਾਵੇ, ਇਸ ਤਰ੍ਹਾਂ ਦਾ ਐਲਾਨ ਕੀਤਾ ਜਾਂਦਾ ਹੈ। ਤੇ ਵੱਖ-ਵੱਖ ਜਗ੍ਹਾ ਤੋਂ ਲੱਭ ਕੇ 40 ਸਿੱਖ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਪੇਸ਼ ਕੀਤੇ ਜਾਂਦੇ ਹਨ ਤੇ ਲਾਹੌਰ ਦੇ ਨੇੜੇ ਆਹਲੂਵਾਲ ਦੇ ਇਲਾਕੇ ਦੇ ਵਿੱਚ ਇਹਨਾਂ 40 ਸਿੱਖਾਂ ਨੂੰ ਧਰਤੀ ਦੇ ਵਿੱਚ ਗੱਡ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈਗਾ। ਧਰਤੀ ਦੇ ਵਿੱਚ ਦਫਨਾ ਕੇ ਗੱਡ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਡਿਪਰੈਸ਼ਨ ਦੇ ਵਿੱਚ ਬਹਾਦਰ ਸ਼ਾਹ ਇੰਨਾ ਕੁ ਚਲਿਆ ਗਿਆ, ਬਾਅਦ ਦੇ ਵਿੱਚ ਕੁਝ ਇਸਨੇ ਐਲਾਨ ਹੈ ਜਿਹੜੇ ਉਹ ਬੇਸਮਝੀ ਦੇ ਵਿੱਚ ਕਰ ਦਿੱਤੇ, ਗਲਤ ਐਲਾਨ ਕਰ ਦਿੱਤੇ, ਜਿਸ ਕਰਕੇ ਇਸ ਦੇ ਹਾਕਮਾਂ ਨੂੰ, ਇਸ ਦੇ ਜਰਨੈਲਾਂ ਨੂੰ ਜਾਂ ਇਸ ਦੇ ਆਪਣੇ ਹੀ ਲੋਕਾਂ ਨੂੰ ਇਹ ਯਕੀਨ ਹੋ ਗਿਆ ਕਿ ਬਹਾਦਰ ਸ਼ਾਹ ਹੈ ਜਿਹੜਾ ਉਹ ਮੈਂਟਲੀ ਤੌਰ 'ਤੇ ਬਹੁਤ ਜ਼ਿਆਦਾ ਅਪਸੈਟ ਹੋ ਗਿਆ, ਡਿਪਰੈਸ਼ਨ ਦੇ ਵਿੱਚ ਚਲਿਆ ਗਿਆ ਤੇ ਇਸ ਦਾ ਇੱਕ ਨਾਮ ਵੀ ਪੈ ਗਿਆ ਸੀ ਸ਼ਾਹੇ ਬੇਖਬਰ। ਇਹ ਬਹਾਦਰ ਸ਼ਾਹ ਦਾ ਨਾਮ ਪੈ ਗਿਆ ਸੀ ਸ਼ਾਹੇ ਬੇਖਬਰ। ਆਖਰ ਇਹ 25 ਫਰਵਰੀ 1712 ਈਸਵੀ ਨੂੰ ਆਪਣਾ ਅਖੀਰਲਾ ਦਰਬਾਰ ਲਾਉਂਦਾ ਹੈ। 26 ਫਰਵਰੀ 1712 ਈਸਵੀ ਨੂੰ ਇਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। 28 ਫਰਵਰੀ 1712 ਈਸਵੀ ਨੂੰ ਇਸ ਦੀ ਮੌਤ ਹੋ ਜਾਂਦੀ ਹੈ। ਇਸ ਦੀ ਮੌਤ ਹੋਣ ਤੋਂ ਬਾਅਦ ਇਸ ਦੇ ਪੁੱਤਰਾਂ ਦੇ ਵਿੱਚ ਤਖਤ ਨੂੰ ਲੈ ਕੇ ਝਗੜਾ ਪੈਦਾ ਹੋ ਜਾਂਦਾ ਹੈ, ਕਲੇਸ਼ ਪੈਦਾ ਹੋ ਜਾਂਦਾ ਹੈ। ਇਸ ਦੇ ਪੁੱਤਰ ਆਪਸ ਦੇ ਵਿੱਚ ਇੱਕ ਦੂਸਰੇ 'ਤੇ ਹਮਲਾ ਕਰਦੇ ਹਨ ਤਖਤ ਨੂੰ ਹਥਿਆਉਣ ਦੇ ਲਈ ਤੇ ਤਕਰੀਬਨ ਮਈ ਮਹੀਨੇ ਤੱਕ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਤਖਤ ਨੂੰ ਹਥਿਆਉਣ ਦੇ ਲਈ ਇੱਕ ਦੂਸਰੇ ਦੇ ਨਾਲ ਜੰਗਾਂ ਕੀਤੀਆਂ ਜਾਂਦੀਆਂ ਹਨ ਇਹਦੇ ਪੁੱਤਰਾਂ ਦੇ ਵੱਲੋਂ। ਆਖਰ
ਜਹਾਨਦਾਰ ਇਸ ਦਾ ਪੁੱਤਰ ਦਿੱਲੀ ਦੇ ਤਖਤ ਤੇ ਬੈਠਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। 16 ਮਈ 1712 ਈਸਵੀ ਨੂੰ ਜੋ ਕੁਤਬ ਮੀਨਾਰ ਹੈ ਉਸ ਦੇ ਨੇੜੇ ਇੱਕ ਇਸਲਾਮ ਮਤ ਦੇ ਵਿੱਚ ਬਹੁਤ ਵੱਡਾ ਸੈਯਦ ਹੋਇਆ ਬੁਖਤਾਰ ਕਾਕੀ, ਉਸ ਦੀ ਕਬਰ ਦੇ ਨੇੜੇ ਇਸ ਨੂੰ ਦਫਨਾਇਆ ਜਾਂਦਾ ਹੈ। ਜਹਾਨਦਾਰ ਤਖਤ ਦੇ ਉੱਪਰ ਬੈਠਦਾ ਹੈ, ਲੇਕਿਨ ਉਹ ਅਯਾਸ ਕਿਸਮ ਦਾ ਵਿਅਕਤੀ ਹੁੰਦਾ ਹੈ। ਬਹੁਤਾ ਲੰਬੇਰਾ ਸਮਾਂ ਉਹ ਤਖਤ ਤੇ ਟਿਕ ਨਹੀਂ ਸਕਿਆ। ਆਖਰ 7-8 ਮਹੀਨਿਆਂ ਦੇ ਬਾਅਦ ਆਪਣੇ ਸੈਯਦ ਭਰਾਵਾਂ ਦੇ ਸਹਿਯੋਗ ਦੇ ਨਾਲ ਫਰਖਸ਼ੀਅਰ ਆਪਣੇ ਆਪ ਨੂੰ ਦਿੱਲੀ ਦਾ ਬਾਦਸ਼ਾਹ ਐਲਾਨ ਦਿੰਦਾ ਹੈ ਅਤੇ ਦਿੱਲੀ ਦੇ ਤਖਤ ਤੇ ਬੈਠ ਜਾਂਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਵਿਚਾਰਾਂਗੇ ਕਿ ਫਰਖਸ਼ੀਅਰ ਹੀ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕਰਦਾ ਹੈ ਅਤੇ ਬਾਅਦ ਦੇ ਵਿੱਚ ਦਿੱਲੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਹੈ। ਨਾਲ ਹੀ ਇਸ ਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।